ਇੱਕ ਓੰਕਾਰ ਸਤ ਗੁਰ ਪ੍ਰਸਾਦ। ਵਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ। ਗੁਣੀ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਰਬ ਕਲਾ ਸਮਰੱਥ हे ਸੱਚੇ ਪਾਤਸ਼ਾਹ, ਆਪ ਜੀ ਦਾ ਸ਼ੁਕਰ ਹੈ। ਆਪ ਜੀ ਦੇ ਬਲ ਦੁਆਰਾ ਜੋ ਇੱਕ ਦੀ ਸੋਝੀ ਆਪ ਨੇ ਬਖਸ਼ੀ ਹੈ, ਗੁਰਬਾਣੀ ਦੁਆਰਾ ਉਸ ਦੀ ਵਿਚਾਰ ਜਿੰਨੀ ਕੁ ਆਪ ਬਖਸ਼ ਰਹੇ ਹੋ ਉਹ ਰਲ ਮਿਲ ਕੇ ਕੀਤੀ ਜਾ ਰਹੀ ਹੈ। ਹੋਰ ਵੀ ਵੱਧ ਤੋਂ ਵੱਧ ਆਤਮਿਕ ਸੁਗਿਆਨ ਬਖਸ਼ੋ ਤਾਂ ਕਿ ਇਸ ਭਵ ਸਾਗਰ ਦੇ ਵਿੱਚੋਂ ਪਾਰ ਨਿਸਤਾਰਾ ਹੋ ਸਕੇ। ਚੱਲ ਰਹੀ ਗੁਰਬਾਣੀ ਸ਼ਬਦ ਦੀ ਵਿਚਾਰ ਕਿ ਇੱਕ ਕੀ ਹੈ। ਇੱਕ ਪੂਰਨ ਬ੍ਰਹਮ ਹੈ, ਸਤਿਗੁਰ ਹੈ। ਇੱਕ ਜੋਤ ਹੈ ਜੋ ਨਿਰੰਕਾਰ ਹੈ। ਇੱਕ ਦਾ ਭਾਵ ਕਿ ਸੱਚਖੰਡ ਦੇ ਅੰਦਰ ਬੇਅੰਤ ਜੋਤਾਂ ਹਨ। ਉਹ ਸਾਰੀਆਂ ਜੋਤਾਂ ਇੱਕੋ ਜਿਹੀਆਂ ਹੀ ਹਨ, ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਸੋ ਜਿਸ ਤਰ੍ਹਾਂ ਸਾਡਾ ਜੋ ਬਾਹਰ ਆ ਸਾਡੇ ਕੋਲ ਸਰੀਰ ਹੈ, ਇਸ ਨੂੰ ਚਲਾਉਣ ਵਾਸਤੇ ਵੀ ਸਾਨੂੰ ਗਿਆਨ ਦੀ ਲੋੜ ਹੈ। ਇਸੇ ਤਰ੍ਹਾਂ ਆਤਮਿਕ ਤੌਰ ਤੇ ਵੀ ਸਾਨੂੰ ਸੁਗਿਆਨ ਦੀ ਲੋੜ ਹੈ। ਗੁਰਬਾਣੀ ਆਤਮਿਕ ਸੁਗਿਆਨ ਹੈ। ਪਹਿਲਾਂ ਵੇਦ ਰੂਪ ਵਿੱਚ ਸੀ, ਹੁਣ ਗੁਰਬਾਣੀ ਰੂਪ ਵਿੱਚ ਹੈ। ਇਸੇ ਨੂੰ ਹੀ ਗੁਰਬਾਣੀ ਦੇ ਅੰਦਰ ਵਿਦਿਆ ਆਖੇ, ਤੇ ਜਿਹੜਾ ਬਾਹਰਲਾ ਸਰੀਰ ਜਿਹਦੇ ਨਾਲ ਚੱਲਦਾ ਉਹ ਵਿਦਿਆ ਹੈ। ਜੇ ਸਾਡਾ ਜ਼ਿਆਦਾ ਧਿਆਨ ਬਾਹਰਲੇ ਸਰੀਰ ਵਿੱਚ ਰਹਿੰਦਾ ਫਿਰ ਅਸੀਂ ਅਵਿਦਿਆ ਨਾਲ ਜੁੜਦੇ ਹਾਂ। ਜੇ ਸਾਡਾ ਜ਼ਿਆਦਾ ਧਿਆਨ ਆਤਮਿਕ ਤੌਰ ਤੇ ਰਹਿੰਦਾ ਫਿਰ ਅਸੀਂ ਵਿਦਿਆ ਦੇ ਨਾਲ ਜੁੜਦੇ ਹਾਂ। ਸੋ ਇਹ ਸਾਡੇ ਉੱਪਰ ਛੱਡੀ ਗਈ ਹੈ ਗੱਲ ਕਿ ਤੁਸੀਂ ਕਿੱਧਰਲੇ ਪਾਸੇ ਜੁੜਨਾ ਹੈ। ਸੱਚਖੰਡ ਦੇ ਅੰਦਰ ਸੱਚਖੰਡ ਵੱਲੋਂ ਜੋ ਫਰਮਾਨ ਹੈ ਉਹ ਆਤਮਾ ਲਈ ਹੈ, ਕਿਉਂਕਿ ਸੱਚਖੰਡ ਵਾਲਿਆਂ ਨੂੰ ਸਾਨੂੰ ਆਤਮਾ ਦਿੰਦੀ ਹੈ, ਸਾਡੀ ਆਤਮਾ ਦਿਸਦੀ ਹੈ, ਤੇ ਸੰਸਾਰ ਨੂੰ ਸਾਡਾ ਸਰੀਰ ਦਿੰਦਾ ਹੈ। ਇਸੇ ਕਰਕੇ ਸੰਸਾਰ ਦੇ ਵਿੱਚ ਸਰੀਰਕ ਗਿਆਨ ਦਿੱਤਾ ਜਾਂਦਾ ਹੈ। ਸਾਡੀ ਧਾਰਮਿਕ ਪ੍ਰਣਾਲੀ ਵੀ ਜੋ ਅੱਜ ਪ੍ਰਚਲਿਤ ਹੈ ਉਹ ਵੀ ਸਾਨੂੰ ਗੁਰਬਾਣੀ ਦੁਆਰਾ ਵੀ ਸਰੀਰਕ ਹੀ ਗਿਆਨ ਜ਼ਿਆਦਾ ਦਿੰਦੀ ਹੈ, ਜਦ ਕਿ ਗੁਰਬਾਣੀ ਆਤਮਿਕ ਗਿਆਨ ਹੈ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਆਤਮਿਕ ਤੌਰ ਤੇ ਨਹੀਂ ਵਿਚਾਰਦੇ ਵਾ ਸਮਝਦੇ ਤੇ ਫਿਰ ਉਸ ਨੂੰ ਨਹੀਂ ਮੰਨਦੇ, ਉਨਾ ਚਿਰ ਆਤਮਾ ਦੇ ਅੰਦਰ ਵਿਗਾਸ ਨਹੀਂ ਪੈਦਾ ਹੁੰਦਾ। ਵਿਗਾਸ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਨਾਨਕ ਭਗਤਾਂ ਸਦਾ ਵਿਗਾਸ। ਸੋ ਇੱਕ ਬੁਝਾਰਤ ਰੂਪ ਦੇ ਵਿੱਚ ਹੈ, ਜੋਤ ਹੀ ਬੁੱਝਣੀ ਹੈ ਅਸੀਂ, ਤੇ ਜੋਤ ਦਾ ਹੀ ਅਸੀਂ ਗਿਆਨ ਲੈਣਾ ਹੈ। ਤੇ ਜਿੰਨਾ ਅਸੀਂ ਆਪਣੀ ਅੰਤਰਾਤਮਾ ਬਾਰੇ ਸੁਗਿਆਨ ਲਵਾਂਗੇ ਗੁਰਬਾਣੀ ਤੋਂ, ਉਨਾ ਹੀ ਸਾਡੇ ਅੰਦਰ ਵਿਗਾਸ ਪੈਦਾ ਹੁੰਦਾ ਚਲੇ ਜਾਵੇਗਾ। ਜਿਵੇਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹੈ ਕਿ ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਪਾਤਸ਼ਾਹ ਨੇ ਵੀ ਬਚਨ ਲਿਖਿਆ ਵੀ ਬੁਝਾਈ, ਵੀ ਸਾਨੂੰ ਵੀ ਕਿਸੇ ਨੇ ਇਹ ਗੱਲ ਬੁਝਾਈ ਹੈ, ਅਸੀਂ ਬੁੱਝੀ ਹੈ ਕਿ ਇੱਕ ਕੀ ਹੈ।
ਗੁਰਾਂ ਇੱਕ ਦੇਹ 부ਝਾਈ। ਹੁਣ ਗੁਰਾਂ ਸ਼ਬਦ ਆ ਗਿਆ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਸਾਹਿਬਾਨ ਨੇ, ਭਗਤ ਸਾਹਿਬਾਨਾਂ ਨੇ ਵੀ ਉਸ ਇੱਕ ਨੂੰ ਜਾਣਿਆ ਹੋਇਆ ਸੀ, ਤੇ ਜਿਹਨੇ ਜਿਹਨੇ ਵੀ ਇੱਕ ਨੂੰ ਜਾਣ ਲਿਆ ਉਸ ਦਾ ਸਿੱਧਾ ਸੰਬੰਧ ਇੱਕ ਦੇ ਨਾਲ ਹੋਇਆ। ਇਸ ਇੱਕ ਦਾ ਜਿਹੜਾ ਭਵ ਸਾਗਰ ਦੇ ਵਿੱਚ ਆਈ ਹੋਈ ਜੋਤ ਹੈ, ਇਸ ਇੱਕ ਦਾ ਉਹਨਾਂ ਅਨੇਕਾਂ ਜੋਤਾਂ ਦੇ ਨਾਲ ਸੰਬੰਧ ਪੈਦਾ ਹੋ ਗਿਆ ਕਿ ਜਿਹੜੀਆਂ ਸਾਰੇ ਸੱਚਖੰਡ ਦੇ ਵਿੱਚ ਰਹਿੰਦੀਆਂ ਹਨ। ਉੱਥੇ ਪਤਾ ਨਹੀਂ ਕਿੰਨੀਆਂ ਕੁ ਜੋਤਾਂ ਹਨ, ਉਹ ਬੇਅੰਤ ਹਨ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ, ਉਹ ਗਿਣਤੀ ਤੋਂ ਰਹਿਤ ਹਨ। ਜਿਵੇਂ ਸਾਡੇ ਸੰਸਾਰ ਦੇ ਅੰਦਰ ਤਾਂ ਗਿਣਤੀ ਹੈ, ਕਿਉਂਕਿ ਇੱਥੇ ਮਾਇਆ ਦਾ ਜ਼ਿਆਦਾ ਪ੍ਰਭਾਵ ਹੈ। ਸੱਚਖੰਡ ਦੇ ਵਿੱਚ ਮਾਇਆ ਨਹੀਂ ਤੇ ਉੱਥੇ ਗਿਣਤੀ ਵੀ ਨਹੀਂ। ਸੋ ਜਿੱਥੇ ਮਾਇਆ ਹੁੰਦੀ ਹੈ ਉੱਥੇ ਗਿਣਤੀ ਹੁੰਦੀ ਹੈ, ਜਿੱਥੇ ਮਾਇਆ ਨਹੀਂ ਉੱਥੇ ਗਿਣਤੀ ਨਹੀਂ। ਗੁਰਬਾਣੀ ਆਖਦੀ ਹੈ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਕਿ ਜਿਹੜਾ ਆਦ ਹੈ ਹੁਕਮ ਹੈ, ਕਿਹਨਾਂ ਦਾ ਹੁਕਮ ਹੈ? ਉਹ ਅਨਾਦ ਦਾ ਹੈ। ਜਿਹੜੀ ਜੋਤ ਸੱਚਖੰਡ ਦੇ ਅੰਦਰ ਹੈ, ਵਾ ਸਾਡੇ ਅੰਦਰ ਵੀ ਜਿਹੜੀ ਜੋਤ ਆਈ ਹੋਈ ਹੈ, ਇਹ ਵੀ ਅਨਾਦੀ ਹੈ, ਇਹਦਾ ਵੀ ਆਦ ਨਹੀਂ ਹੁੰਦਾ। ਜਿਸ ਚੀਜ਼ ਦਾ ਆਦ ਹੁੰਦਾ ਹੈ ਉਸ ਦਾ ਅੰਤ ਵੀ ਹੁੰਦਾ ਹੈ। ਆਦ ਹੁਕਮ ਹੈ, ਹੁਕਮ ਵੀ ਖਤਮ ਹੋ ਜਾਂਦਾ। ਜਦੋਂ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਹੁਕਮ ਵੀ ਨਹੀਂ ਹੁੰਦਾ, ਜਦੋਂ ਸ੍ਰਿਸ਼ਟੀ ਹੈ ਉਦੋਂ ਹੁਕਮ ਹੈ। ਉਦੋਂ ਅਨਾਦ ਰੂਪ ਦੇ ਵਿੱਚ ਹੀ ਹੈ ਜੋਤੀ। ਉਹ ਅਨੀਲ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਅਨਾਹਤ, ਉਹ ਟੁੱਟਦੀਆਂ ਨਹੀਂ। ਜੁਗ ਜੁਗ ਏਕੋ ਵੇਸ, ਉਹਨਾਂ ਦਾ ਇੱਕੋ ਜਿਹਾ ਹੀ ਵੇਸ ਹੈ। ਉਹ ਆਪਣੇ ਆਪ ਦੇ ਵਿੱਚ ਆਪ ਹੀ ਹਨ। ਉਹਨਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜੀ ਜੋਤ ਇਸ ਭਵ ਸਾਗਰ ਦੇ ਵਿੱਚ ਆਈ ਹੋਈ ਹੈ, ਇਹ ਸਾਬਤ ਨਹੀਂ ਹੈ, ਇਹ ਅਪੂਰਨ ਜੋਤ ਹੈ। ਜਦੋਂ ਇਹ ਸਾਬਤ ਹੋ ਜਾਵੇਗੀ ਤਾਂ ਇਹ ਵੀ ਉਹਨਾਂ ਵਿੱਚ ਹੀ ਜਾ ਕੇ ਰਲ ਜਾਵੇਗੀ। ਇਹ ਉਹਨਾਂ ਵਰਗੀ ਹੀ ਬਣੇਗੀ, ਪਰ ਇਹਨੂੰ ਬਣਨਾ ਪਵੇਗਾ। ਜਿੰਨਾ ਚਿਰ ਇਹ ਉਹਨਾਂ ਵਰਗੀ ਨਹੀਂ ਬਣਦੀ, ਉਨਾ ਚਿਰ ਫਿਰ ਉੱਥੇ ਨਹੀਂ ਪਹੁੰਚ ਸਕਦੀ। ਇਹ ਬਹੁਤ ਹੀ ਜ਼ਰੂਰੀ ਹੈ। ਗੁਰਬਾਣੀ ਦੇ ਵਿੱਚ ਬੇਅੰਤ ਬਚਨ ਹਨ ਇਸ ਗੱਲ ਦੇ। ਜਿਵੇਂ ਪਾਤਸ਼ਾਹ ਕਹਿੰਦੇ ਆ, ਕਬੀਰ ਜਾ ਕੋ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਿਤਾ ਔਰ। ਕਹਿੰਦੇ ਉਹ ਕਿਸੇ ਹੋਰ ਨੂੰ ਸਮਝਦਾ ਸੀ ਕਿ ਕੋਈ ਇੱਕ ਕੋਈ ਹੋਰ ਹੈ, ਤੇ ਪਰ ਜਦੋਂ ਆਪਣੇ ਆਪ ਨੂੰ ਜਾਣ ਲਿਆ ਤੇ ਪਤਾ ਲੱਗਿਆ ਵੀ ਮੈਂ ਵੀ ਤਾਂ ਇੱਕੋ ਹੀ ਹਾਂ। ਆਪਣੇ ਆਪੇ ਨੂੰ ਖੋਜਿਆ, ਆਪਣੇ ਆਪ ਨੂੰ ਜਾਣ ਲਿਆ ਤੇ ਸਮਝ ਲਿਆ ਤਾਂ ਇੱਕ ਹੋ ਗਿਆ। ਤੇ ਇੱਕ ਹੋ ਕੇ ਉਸੇ ਹੀ ਸੱਚਖੰਡ ਦੇ ਵਿੱਚ ਉਹਨਾਂ ਇੱਕ ਵਰਗਾ ਹੀ ਬਣ ਕੇ ਸੁਭਾਏਮਾਨ ਹੋਆ। ਸੋ ਸਵੈਮ ਉਸੇ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਜਿਹੋ ਜੇ ਇਹ ਪਹਿਲਾਂ ਅਤੀਤ ਰੂਪ ਦੇ ਵਿੱਚ ਹੈ। ਇਹਦਾ ਆਪਣਾ ਹੀ ਅਤੀਤ ਰੂਪ ਇੱਕ ਹੈ। ਜਿਵੇਂ 10ਵੇਂ ਪਾਤਸ਼ਾਹ ਵੀ ਕਹਿੰਦੇ ਹੈ, ਏਕ ਅਨੇਕ, ਕਿ ਇੱਕ ਵੀ ਹੈ ਤੇ ਅਨੇਕ ਰੂਪ ਦੇ ਵਿੱਚ ਵੀ ਹੈ। ਕੱਲੀ ਕੱਲੀ ਜੋਤ ਇੱਕ ਹੈ, ਤੇ ਜਦੋਂ ਸਾਰੀਆਂ ਜੋਤਾਂ ਇਕੱਠੀਆਂ ਨੇ ਫਿਰ ਉਹ ਅਨੇਕ ਨੇ। ਅਨੇਕ ਹੈ ਫਿਰ ਏਕ ਹੈ। ਜਿਵੇਂ ਸਮੁੰਦਰ ਹੈ, ਮੈਂ ਪਹਿਲਾਂ ਵੀ ਕਈ ਉਦਾਹਰਨਾਂ ਇਹੋ ਜਿਹੀਆਂ ਦਿੱਤੀਆਂ ਨੇ ਕਿ ਉਹਦੇ ਵਿੱਚ ਬੇਅੰਤ ਬੂੰਦਾਂ ਨੇ, ਕੱਲੀ ਕੱਲੀ ਬੂੰਦ ਹੈ ਤੇ ਸਾਰੀਆਂ ਬੂੰਦਾਂ ਦੇ ਸਮੂਹ ਨੂੰ ਸਮੁੰਦਰ ਕਹਿ ਦਿੰਦੇ ਆ। ਇਸੇ ਤਰ੍ਹਾਂ ਹੀ ਕੱਲੀ ਕੱਲੀ ਜੋਤ ਭਵ ਸਾਗਰ, ਸੁਖ ਸਾਗਰ ਦੇ ਅੰਦਰ ਸਤਿਗੁਰ ਹੈ, ਪ੍ਰਭ ਹੈ, ਗੋਬਿੰਦ ਹੈ, ਰਾਮ ਹੈ, ਤੇ ਸਾਰੀਆਂ ਜੋਤਾਂ ਜਦੋਂ ਇਕੱਠੀਆਂ ਨੇ ਤਾਂ ਸੁਖ ਸਾਗਰ ਹੈ, ਨਿਰਾਕਾਰ ਹੈ, ਸਤਿਯੁਗ ਹੈ, ਸੱਚਖੰਡ ਹੈ। ਇਹਨਾਂ ਨਾਮਾਂ ਦੇ ਨਾਲ ਉਹਨੂੰ ਸੰਬੋਧਨ ਕੀਤਾ ਜਾਂਦਾ ਹੈ।
ਸੋ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਵੀ ਸਾਰਿਆਂ ਜੀਆਂ ਦਾ ਉਹੀ ਦਾਤਾ ਹੈ। ਉਹ ਦਾਤਾ ਕੌਣ ਆ? ਉਹ ਹੁਕਮ ਹੈ। ਉਹ ਸਾਰੇ ਸੱਚਖੰਡ ਦੀ ਜਿਹੜੀ ਸਵੈ ਇੱਛਾ ਹੈ ਉਹੀ ਹੁਕਮ ਹੈ। ਉਸ ਹੁਕਮ ਦੇ ਦੁਆਰਾ ਹੀ ਸੋਝੀ ਆਉਂਦੀ ਹੈ ਜਿਹੜੀ ਜੋਤ ਭਾਵ ਸਾਗਰ ਦੇ ਅੰਦਰ ਹੈ। ਸੋ ਮੈਂ ਵਿਸਰ ਨਾ ਜਾਈ, ਵੀ ਉਹ ਮੈਨੂੰ ਨਾ ਵਿਸਰੇ, ਵੀ ਭਾਵ ਕਿ ਮੈਨੂੰ ਹੁਣ ਉਹ ਹੁਕਮ ਨਾ ਵਿਸਰੇ ਜਿਹੜੇ ਹੁਕਮ ਨਾਲ ਮੈਨੂੰ ਸੋਝੀ ਆਈ ਹੈ ਕਿ ਮੈਂ ਹੀ ਇੱਕ ਹੈ। ਹੁਕਮ ਵਿਸਰ ਜਾਂਦਾ ਹੈ ਕਿਉਂਕਿ ਇੱਥੇ ਮਾਇਆ ਬਹੁਤ ਜ਼ਿਆਦਾ ਹੈ। ਮਾਇਆ ਦੇ ਪ੍ਰਭਾਵ ਹੇਠ ਆ ਕੇ ਹੁਕਮ ਵਿਸਰਦਾ ਹੈ। ਪਰ ਜੇ ਹੁਕਮ ਹਰ ਵੇਲੇ ਚੇਤੇ ਰਹੇ, ਹੁਕਮ ਦੀ ਰਜ਼ਾ ਵਿੱਚ ਰਹੇ, ਹੁਕਮ ਦੀ ਸਾਰਣ ਵਿੱਚ ਰਹੇ, ਫਿਰ ਨਹੀਂ ਵਿਸਰਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਵਧਤ ਤਰਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾ ਕਹਿ ਦੇ ਵਸੈ। ਫਿਰ ਉਹਦੇ ਹਿਰਦੇ 'ਚ ਹੀ ਵਸਦਾ ਹੈ, ਫਿਰ ਕੋਈ ਭਿੰਨ ਭੇਦ ਨਹੀਂ ਹੋ ਜਾਂਦਾ। ਸੋ ਇਸ ਬੁਝਾਰਤ ਨੂੰ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਬੁੱਝਿਆ, ਬੇਅੰਤ ਗੁਰਸਿੱਖਾਂ ਨੇ ਬੁੱਝਿਆ, ਤੇ ਬੁੱਝ ਕੇ ਉਹ ਸਵੈਮ ਉਸੇ ਦਾ ਹੀ ਸਰੂਪ ਧਾਰਨ ਕਰਕੇ ਆਪਣੇ ਨਿੱਜ ਕਰ ਗਏ। ਸ੍ਰੀ ਭਗਤ ਕਬੀਰ ਸਾਹਿਬ ਜੀ ਨੇ ਵੀ ਆਪਣੀ ਗੁਰਬਾਣੀ ਦੇ ਅੰਦਰ ਇਸ ਬਾਰੇ ਲਿਖਿਆ ਕਿ ਅੱਲਾ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਕਬੀਰ ਸਾਹਿਬ ਜੀ ਕਹਿੰਦੇ ਕਿ ਉਸ ਇੱਕ ਦਾ ਕੁਛ ਕੁਛ ਭੇਦ ਹੈ, ਉਹੋ ਹੀ ਦੱਸਿਆ, ਉਹ ਵੀ ਬੁਝਾਰਤ ਰੂਪ ਵਿੱਚ ਹੀ ਦੱਸਿਆ ਗਿਆ ਹੈ। ਪ੍ਰਤੱਖ ਉਹ ਵੀ ਨਹੀਂ ਦੱਸਿਆ ਜਾ ਸਕਦਾ। ਜਿੰਨਾ ਕੁ ਭੇਦ ਹੁਕਮ ਨੇ ਦਿੱਤਾ ਉਨੀ ਕੀ ਗੱਲ ਦੱਸੀ ਹੈ, ਦੱਸ ਕੇ ਵੀ ਬੁਝਾਰਤ ਰਹਿ ਜਾਂਦੀ ਹੈ। ਜਿਵੇਂ ਤੁਸੀਂ ਕਿਸੇ ਨੂੰ ਗੁੜ ਦੇ ਗੁਣ ਦੱਸੋ ਕਿ ਗੁੜ ਵਿੱਚ ਆਹ ਗੁਣ ਨੇ, ਇਸ ਤਰ੍ਹਾਂ ਦਾ ਗੁੜ ਹੈ, ਤੇ ਉਹ ਜਦੋਂ ਬੰਦਾ ਖਾ ਲੈਂਦਾ ਉਹ ਖਾ ਕੇ ਵੀ ਉਹਦੇ ਗੁਣ ਹੀ ਦੱਸ ਸਕਦਾ, ਗੁੜ ਕਿਹੋ ਜਿਹਾ ਉਹ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਹਨੇ ਹੁਕਮ ਬੁੱਝ ਲਿਆ ਉਹਨੇ ਹੁਕਮ ਦੇ ਗੁਣ ਦੱਸੇ। ਹੁਕਮ ਆ ਕਿੱਥੋਂ ਰਿਹਾ, ਉਹ ਕਿਹੋ ਜਿਹਾ ਪਰਮੇਸ਼ਰ ਹੈ, ਕਿਹੋ ਜਿਹਾ ਸੱਚਖੰਡ ਹੈ, ਇਹ ਨਹੀਂ ਵਿਖਿਆਨ ਹੋ ਸਕਦਾ। ਹਾਂ, ਜਿਹੜਾ ਹੁਕਮ ਗੁਰਮੁਖਾਂ ਦੇ ਹਿਰਦੇ 'ਚ ਆਉਂਦਾ ਹੈ ਉਸ ਹੁਕਮ ਨੂੰ ਦੱਸਦੇ ਜ਼ਰੂਰ ਹੈ, ਪਰ ਉਹ ਦੱਸਿਆ ਹੋਇਆ ਵੀ ਬੁਝਾਰਤ ਬਣ ਜਾਂਦਾ, ਕਿਉਂਕਿ ਹੁਕਮ ਸੰਬੰਧਿਤ ਜੋਤ ਨਾਲ ਹੈ। ਇੱਥੇ ਸਾਡੇ ਕੋਲ ਸਰੀਰ ਹੈ, ਇਸੇ ਕਰਕੇ ਦੀ ਛੇਤੀ ਸਮਝ ਨਹੀਂ ਲੱਗਦੀ। ਜਦੋਂ ਪਾਤਸ਼ਾਹੀਆਂ ਭਗਤ ਸਾਹਿਬਾਨ ਸੰਸਾਰ 'ਚ ਵਿਚਰਦੇ ਸੀ, ਉਹਨਾਂ ਦੀ ਵੀ ਗੱਲ ਕਿਤੇ ਕਿਸੇ ਨੂੰ ਛੇਤੀ ਸਮਝ ਨਹੀਂ ਲੱਗੀ, ਤਾਂ ਹੀ ਉਹਨਾਂ ਦਾ ਵਿਰੋਧ ਹੁੰਦਾ ਸੀ। ਕਿਉਂਕਿ ਕਬੀਰ ਸਾਹਿਬ ਜੀ ਨੇ ਆਪ ਹੀ ਆਖਿਆ ਆਪਣੀ ਗੱਲ ਕਿ ਜਬ ਹਮ ਏਕੋ ਏਕ ਕਰ ਜਾਣੇ ਆ ਤਬ ਲੋਕਾਂ ਕਾਹੇ ਦੁੱਖ ਮਾਨ। ਇਹਦਾ ਮਤਲਬ ਉਸ ਵੇਲੇ ਸੰਸਾਰੀ ਲੋਕਾਂ ਨੇ ਦੁੱਖ ਮਨਾਇਆ, ਨਹੀਂ ਤਾਂ ਦੁੱਖ ਮਨਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ। ਪਰ ਉਹਨਾਂ ਨੇ ਸੱਚ ਦੱਸਿਆ ਕਿ ਜਿਹਨੂੰ ਤੁਸੀਂ ਇੱਕ ਮੰਨਦੇ ਹੋ ਉਹ ਇੱਕ ਨਹੀਂ ਹੈ, ਅਸਲ ਵਿੱਚ ਇੱਕ ਆ ਹੈ। ਜਦੋਂ ਅਸਲ ਗੱਲ ਦੱਸੀ ਗਈ, ਜਿਹੜੇ ਧਰਮ ਦੇ ਉਸ ਵੇਲੇ ਆਗੂ ਸੀ, ਫਿਰ ਉਹਨਾਂ ਨੂੰ ਤਕਲੀਫ ਹੋਣੀ ਸੁਭਾਵਿਕ ਹੈ। ਉਸ ਤਕਲੀਫ ਹੋਈ, ਫਿਰ ਉਹਨਾਂ ਨੂੰ ਤਸੀਹੇ ਵੀ ਦਿੱਤੇ ਇਤਿਆਦ। ਸੋ ਪਹਿਲਾਂ ਵਿਚਾਰ ਆ ਚੁੱਕੀ ਹੈ। ਸੋ ਅੱਲਾ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਕਬੀਰ ਸਾਹਿਬ ਜੀ ਕਹਿੰਦੇ ਕਿ ਉਸ ਇੱਕ ਦਾ ਕੁਛ ਕੁਛ ਭੇਦ ਹੈ, ਉਹੀ ਦੱਸਿਆ ਹੈ, ਉਹ ਵੀ ਬੁਝਾਰਤ ਰੂਪ ਵਿੱਚ ਹੀ ਦੱਸਿਆ ਗਿਆ ਹੈ। ਤਾਂ ਹੀ ਤਾਂ ਗੁਰਬਾਣੀ ਵਿੱਚ ਵਾਰ-ਵਾਰ ਬੁਝਾਰਤ ਦੀ ਗੱਲ ਆਉਂਦੀ ਹੈ, ਬੁੱਝਣ ਦੀ ਗੱਲ ਆਉਂਦੀ ਹੈ। ਤੁਸੀਂ ਬੇਅੰਤ ਬਚਨ ਗੁਰਬਾਣੀ ਦੇ ਪੜ੍ਹਦੇ ਹੋ, ਸੁਣਦੇ ਹੋ ਕਿ ਸਾਰੀ ਗੱਲ ਬੁਝਾਰਤ ਦੀ ਆਉਂਦੀ ਹੈ ਕਿ ਹੁਕਮ ਬੂਝ ਪਰਮ ਪਦ ਪਾਈ। ਦੋ ਚੀਜ਼ਾਂ ਨੂੰ ਬੁਝਾਰਤ ਦੀ ਗੱਲ ਆਉਂਦੀ ਹੈ ਗੁਰਬਾਣੀ ਦੇ ਵਿੱਚ। ਇੱਕ ਗੱਲ ਆਉਂਦੀ ਹੈ ਹਉਮੈ ਬੂਝੈ ਤਾਂ ਦਰ ਸੂਝੈ। ਹਉਮੈ ਵੀ ਬੁੱਝਣ ਦਾ ਹੀ ਵਿਸ਼ਾ, ਹੁਕਮ ਵੀ ਬੁੱਝਣ ਦਾ ਹੀ ਵਿਸ਼ਾ। ਜਿਹਨੇ ਹੁਕਮ ਬੁੱਝ ਲਿਆ ਉਹਦੇ ਅੰਦਰੋਂ ਹਉਮੈ ਨਹੀਂ ਹੈ, ਤੇ ਜਿੰਨਾ ਚਿਰ ਹਉਮੈ ਉਹਨਾਂ ਚਿਰ ਹੁਕਮ ਨਹੀਂ ਬੁੱਝ ਹੁੰਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸੋ ਦੋਨੇ ਇੱਕ ਥਾਂ ਤੇ ਨਹੀਂ ਰਹਿ ਸਕਦੀਆਂ। ਜੇ ਤਾਂ ਅੰਦਰ ਨਾਮ ਹੈ ਫਿਰ ਹਉਮੈ ਨਹੀਂ, ਜੇ ਹਉਮੈ ਹੈ ਤਾਂ ਨਾਮ ਨਹੀਂ। ਸੋ ਸੱਚਖੰਡ ਬਾਰੇ ਪਾਤਸ਼ਾਹ ਨੇ ਬੇਅੰਤ ਵਚਨ ਕੀਤੇ ਹਨ, ਆਪਾਂ ਪਹਿਲਾਂ ਵੀ ਸੁਣਦੇ ਰਹੇ ਹਾਂ, ਪੜ੍ਹੇ ਹਨ। ਸੋ ਕਬੀਰ ਸਾਹਿਬ ਜੀ ਵੀ ਇਹੀ ਗੱਲ ਆਖਦੇ ਕਿ ਅੱਲਾ ਲਹੰਤਾ ਭੇਦ ਛੈ, ਵੀ ਕੁਛ ਭੇਦ ਹੈ ਮੈਨੂੰ, ਤੇ ਉਹੀ ਭੇਦ ਮੈਂ ਤੁਹਾਨੂੰ ਦੱਸ ਰਿਹਾ ਹਾਂ। ਤੁਸੀਂ ਉਸ ਭੇਦ ਨੂੰ ਸਮਝੋ ਗੁਰਬਾਣੀ 'ਚੋਂ,
ਤੇ ਜਿਨ੍ਹਾਂ ਨੇ ਉਸ ਭੇਦ ਨੂੰ ਜਾਣਿਆ ਉਹ ਵਿਰਲੇ ਹੁੰਦੇ ਆ। ਗੁਰਬਾਣੀ ਆਪ ਆਖਦੀ ਆ ਕਿ ਹੈਨ ਵਿਰਲੇ ਨਹੀਂ ਕੜੇ। ਜਿਸ ਤਰ੍ਹਾਂ ਪਾਤਸ਼ਾਹੀਆਂ ਵਿਚਰੀਆਂ ਜਾਂ ਭਗਤ ਸਾਹਿਬਾਨ ਵਿਚਰੇ ਜਾਂ ਬੇਅੰਤ ਗੁਰਸਿੱਖ ਜਾਂ ਹਰ ਕੇ ਸੰਤ ਵਿਚਰਦੇ ਨੇ, ਉਹਨਾਂ ਦੀ ਕਹੀ ਹੋਈ ਗੱਲ ਵੀ ਹਰ ਇੱਕ ਨੂੰ ਸਮਝ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਅੱਜ ਗੁਰਬਾਣੀ ਦੀ ਵੀ ਗੱਲ ਹਰ ਇੱਕ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਗੁਰਬਾਣੀ ਵੀ ਤਾਂ ਉਹਨਾਂ ਨੇ ਆਪਣੇ ਮੁੱਖੋਂ ਹੀ ਬੋਲੀ ਹੈ, ਆਪਣੇ ਹੱਥਾਂ ਨਾਲ ਹੀ ਲਿਖੀ ਹੈ। ਜਦੋਂ ਉਹਨਾਂ ਨੂੰ ਉਸ ਵੇਲੇ ਨਹੀਂ ਗੱਲ ਸਮਝ ਲੱਗੀ ਤੇ ਅੱਜ ਵੀ ਇਹ ਸਮਝਣੀ ਬਹੁਤ ਔਖੀ ਹੈ। ਇਹ ਤਾਂ ਪਾਤਸ਼ਾਹ ਆਪ ਹੀ ਕਿਰਪਾ ਕਰਨ, ਸਾਡਾ ਮੂਲ ਹੀ ਕਿਰਪਾ ਕਰੇ। ਜਿਸ ਤੂੰ ਜਣਾ ਹੈ ਸੋਈ ਜਨ ਜਾਣਾ ਹੈ, ਹਰ ਗੁਣ ਸਾਡੀ ਆਖ ਵਖਾਣਾ ਹੈ। ਸੋ ਆਪ ਕਿਰਪਾ ਕਰੇ ਤਾਂ ਹੀ ਗੱਲ ਬਣ ਸਕਦੀ ਹੈ।